ਅਸੀਂ ਇੰਨਾ ਕੁ ਮੁਸ਼ਕਲ ਹੋਏ ਪਏ ਆ ਕਿ ਰਾਤ ਨੂੰ ਨੀਂਦ ਵੀ ਨਹੀਂ ਆਉਂਦੀ, ਨਾ ਦਿਨੇ ਨੀਂਦ ਆਉਂਦੀ, ਨਾ ਰਾਤ ਨੂੰ ਨੀਂਦ ਆਉਂਦੀ। ਵੀ ਬੱਚਿਆਂ ਦਾ ਕੌਣ ਪਿੱਛੋਂ ਵਾਲੀ ਵਾਰਸ ਬਣੇਗਾ, ਕੌਣ ਇਹਨਾਂ ਨੂੰ ਖੁਆਏਗਾ? ਬੱਚਾ ਟੰਗਾਂ ਤੋਂ ਤਾਂ ਟੁਰ ਨਹੀਂ ਸਕਦਾ। अस्सलाम वालेकुम नाज़रीन, मैं हूं आपका मेज़बान अब्दुर्रहमान। हदफ में आप सब लोगों को आज की स्टोरी के साथ खुशामदीद। नाज़रीन, इस वक्त हम मौजूद हैं रायविंड के इलाका जोदू में, जहां ये 65 साला बुजुर्ग अपनी ज़िंदगी की तमाम तर जमा पूंजी अपने 10 साला जवां बेटे के ऊपर पिछले 5 साल से लगा रहे हैं। इनका नाम है फ़कीरिया और बेटे का नाम है फरियाद, जो कि इस उम्र में जबकि बच्चे खिलौनों से खेलते हैं और भागते कूदते हैं, लेकिन ये पाकिस्तान का ये बेटा, ये नौजवान इस वक्त हड्डियों की एक ऐसी बीमारी में मुब्तला है कि जिसकी वजह से ये चल भी नहीं सकता और इस वक्त इसकी टांगें ही इसके हाथ हैं। इसके साथ साथ इसका एक हाथ भी काम नहीं करता, लेकिन ये बुजुर्ग अपने तमाम तर ज़िंदगी की ज़रूरियात को पसे पुश्त डालते हुए अपने बेटे के ऊपर पिछले 5 साल से अपनी ज़िंदगी की तमाम तर जमा पूंजी लगा चुके हैं। ये मुंतज़िर हैं मसीहा के। सबसे पहले सुनेंगे इनकी कहानी, इन्हीं की ज़ुबानी। किस तरीके से आपको इस बीमारी के बारे में किस तरीके से आपको इल्म हुआ? जी पहले ठीक ठाक सी, फिर ਇਹਨੂੰ ਆਸਤੇ ਆਸਤੇ ਕਿਲੇ ਚੌਥੇ ਪੰਜਵੇਂ ਸਾਲ 'ਚ ਵੜਿਆ ਨਾ, ਉਦੋਂ ਫਿਰ ਇਹ ਮਾੜੇ ਮਾੜੇ ਹੱਥ ਪੈਰ ਮੁੜਨੇ ਸ਼ੁਰੂ ਹੋਏ ਨੇ। ਫਿਰ ਕਿਵੇਂ ਕਿਵੇਂ ਸਾਨੂੰ ਪਤਾ ਲੱਗਦਾ ਕਿ ਅਸੀਂ ਜਾਂਦੇ ਰਹੇ ਹਰ ਇੱਕ, ਜਿੱਥੇ ਵੀ ਸਾਨੂੰ ਕਿਸੇ ਨੇ ਹਸਪਤਾਲ 'ਚ ਦੱਸਿਆ, ਡਾਕਟਰਾਂ ਕੋਲ ਦੱਸਿਆ, ਹੌਲੀ ਹੌਲੀ ਘੱਟ ਤੋਂ ਘੱਟ 5-6 ਲੱਖ ਰੁਪਈਆ ਕਰਜ਼ਾ ਚੁੱਕ ਕੇ ਲਾ ਕੇ ਉਹ ਨਹੀਂ ਹੱਲ ਹੋਇਆ, ਇਕੱਠੇ ਪੈਸੇ ਨਹੀਂ ਹੋਏ ਸਾਥੋਂ, ਤੋ ਇਸ ਮਸਲੇ ਨਾਲ ਫਿਰ ਇਹ ਨਹੀਂ ਹੁੰਦਾ ਕੁਝ ਬਣ ਸਕਿਆ। ਤੁਹਾਨੂੰ ਹਕੂਮਤੀ ਜਿਹੜੇ ਹਸਪਤਾਲ ਨੇ ਹੁਣ ਤੇ ਉੱਥੇ ਇਲਾਜ ਵੀ ਫ੍ਰੀ ਹੁੰਦਾ ਹੈ? ਉੱਥੇ ਵੀ ਕੋਈ ਨਹੀਂ ਫ੍ਰੀ ਕਰਦੇ ਕੁਰਦੇ ਜੀ, ਉੱਥੇ ਵੀ ਪੈਸੇ, ਜੇ ਖੂਨ ਟੈਸਟ ਕਰਾਓ ਤੇ ਉਹਦੇ ਵੀ ਉਹਨੇ ਕੋ ਪੈਸੇ ਮੰਗ ਪੈਂਦੇ ਨੇ, ਜਸਕਰਾ ਲਓ ਤੇ ਉਹਦਾ 600-700 ਰੁਪਈਆ ਮੰਗਦੇ ਨੇ ਕਸਕਰੇ ਦਾ। ਇਹ ਹਰ ਇੱਕ ਗੋਲੀ ਵੀ ਇਹਨਾਂ ਜਿਹੜੀ ਉਹ ਵੀ ਮੁੱਲ ਹੀ ਦੇ ਰਹੇ। ਇਹਦਾ ਅਸੀਂ ਲੈ ਕੇ ਗਏ ਖੂਨ ਟੈਸਟ ਦੇ ਵੀ ਉਹਨਾਂ 700 ਰੁਪਈਆ 800 ਰੁਪਈਆ ਇਸ ਤਰ੍ਹਾਂ ਕਰਕੇ 8-8 900 ਰੁਪਈਆ ਲੈਂਦੇ ਨੇ। ਸਿਹਤ ਕਾਰਡ ਹੈ ਉਹ ਤੁਹਾਨੂੰ ਨਹੀਂ ਮਿਲਿਆ? ਨਹੀਂ ਜੀ, ਉਹ ਨਹੀਂ ਮਿਲਿਆ। ਕੀਤਾ ਅਸੀਂ 2-3 ਦਫਾ ਟਰਾਈ, ਉਹ ਨਹੀਂ ਸਿਮ ਕਾਰਡ ਆਇਆ ਸਾਡੇ ਕੋਲ। ਅੱਛਾ, ਇਹ ਦੱਸੋ ਤੁਸੀਂ ਕੰਮ ਕੀ ਕਰਦੇ ਹੋ? ਅਸੀਂ ਕੰਮ ਜੀ ਮਿਹਨਤ ਮਜ਼ਦੂਰੀ ਕਰਨੇ ਆ, ਇੱਟਾਂ ਕੱਢਨੇ ਆ। ਮਸਾਂ ਬੱਚੇ ਵੀ ਨੇ ਆ, ਛੋਟੇ ਛੋਟੇ ਤੁਹਾਡੇ ਸਾਹਮਣੇ ਬੈਠੇ ਨੇ, ਨਾ ਕੋਈ ਕਰ ਸਕਦਾ, ਮੈਂ ਇਕੱਲਾ ਹੈਗਾ। ਲੱਤਾਂ ਬਾਹੋਂ ਵੀ ਨੇ ਮੇਰੇ ਤਾਂ ਆਪਦੇ ਦਿਸਣਾ ਵੀ ਇਹਨਾਂ, ਜਿਹੜਾ ਇਹ ਕੰਮ ਦਿਸਣਾ ਹੋ ਗਿਆ ਸ਼ੁਰੂ, ਤੇ ਲਿਹਾਜ਼ਾ ਕੇ। ਅੱਛਾ, ਇਹ ਦੱਸੋ ਕਿ ਜਿਸ ਟਾਈਮ ਤੁਸੀਂ ਇਹ ਘਰ ਦਾ ਖਰਚਾ ਵੀ ਚਲਾ ਰਹੇ ਹੋ, ਨਾਲ ਬੱਚੇ ਦਾ ਇਲਾਜ ਵੀ ਕਰ ਰਹੇ ਹੋ, ਕਿੰਨਾ ਤੁਹਾਨੂੰ ਇਸ ਵਾਸਤੇ ਪਰੇਸ਼ਾਨ ਤੇ ਤੁਹਾਨੂੰ ਮੁਸ਼ਕਲਾਂ ਦੇਖਣੀਆਂ ਪੈਂਦੀਆਂ? ਅਸੀਂ ਇੰਨਾ ਕੁ ਮੁਸ਼ਕਲ ਹੋਏ ਪਏ ਆ ਕਿ ਰਾਤ ਨੂੰ ਨੀਂਦ ਵੀ ਨਹੀਂ ਆਉਂਦੀ, ਨਾ ਦਿਨੇ ਨੀਂਦ ਆਉਂਦੀ, ਨਾ ਰਾਤ ਨੂੰ ਨੀਂਦ ਆਉਂਦੀ। ਵੀ ਬੱਚਿਆਂ ਦਾ ਕੌਣ ਪਿੱਛੋਂ ਵਾਲੀ ਵਾਰਸ ਬਣੇਗਾ, ਕੌਣ ਇਹਨਾਂ ਨੂੰ ਖੁਆਏਗਾ? ਬੱਚਾ ਟੰਗਾਂ ਤੋਂ ਤਾਂ ਟੁਰ ਨਹੀਂ ਸਕਦਾ। ਚਲੋ ਆਪਣੇ ਆਪ ਹੋਏਗਾ ਤੇ ਟੁਰੇ ਫਿਰੇਗਾ, आदि मिहनत मजदूरी कितने न कर, इनकी वजह तो मैं बड़ा परेशान हूँ। फरियाद से भी हम बात करते हैं। अच्छा, क्या उम्र है आपकी? 10 साल। अच्छा, फरियाद से इससे सही तरीके से बोला भी नहीं जा रहा और हाथ का भी मसला है, टांगों का। इसके जो ये कहना चाह रहा है आप ज़रा बताएंगे? जी ये कहना चाहता है जी, मेरी 10 साल उम्र है तो मैं ना हथा पाऊँ, मेरे केड़ा वेख रहा है, मेरे हथ पाऊँ सीधे कराउन। मैनू पढ़न का भी शौक है, ਮੈਨੂੰ ਵੀ ਇਹ ਸ਼ੌਕ ਮੈਂ ਆਪਦੇ ਅੱਬੂ ਦੇ ਨਾਲ ਕੰਮ ਕਰਾਂ। ਕੋਈ ਨਾਲ ਇਹਦੇ ਨਾਲ ਮਦਦ ਕਰਾਵਾਂ। ਅੱਛਾ ਫਕੀਰੀਆ ਸਾਹਿਬ, ਇਹ ਦੱਸੋ ਕਿ ਤੁਹਾਨੂੰ ਅਜੇ ਤੱਕ ਕਿਸੇ ਡਾਕਟਰ ਨੇ ਕਿਹਾ ਹੋਵੇ ਕਿ ਇੰਨੇ ਪੈਸੇ ਲੈ ਆਓ ਤੇ ਇੰਨੇ ਅਰਸੇ 'ਚ ਅਸੀਂ ਬੱਚੇ ਦਾ ਇਲਾਜ ਕਰ ਦਾਂਗੇ, ਇਹਨੂੰ ਬਿਲਕੁਲ ਠੀਕ ਠਾਕ ਅੱਲਾ ਦੇ ਹੁਕਮ ਨਾਲ ਕਰ ਦਾਂਗੇ? ਇਹ ਜੀ ਅਸੀਂ ਗਏ ਆ ਸਰਵਿਸ 'ਚ, ਉਹਨਾਂ ਆਖਿਆ ਕਿ 2.5-3 ਲੱਖ ਰੁਪਈਆ ਲੱਗੇਗਾ ਤੇ ਇਹ ਨਾ ਅਸੀਂ ਭਾਵੇਂ ਇਹਦਾ ਆਪਰੇਸ਼ਨ ਨਾਲ ਹੋਵੇ ਜਿਵੇਂ ਵੀ ਹੋਵੇ, ਇਹ ਇੱਕ ਬਿਮਾਰੀ ਹੁੰਦੀ ਏ, ਇਹ ਨਾ ਪੋਲੀਓ ਹੈ ਤੇ ਨਾ ਦੂਸਰੀ ਬਿਮਾਰੀ। ਇੱਕ ਬਿਮਾਰੀ ਇਹੋ ਜਿਹੀ ਹੁੰਦੀ ਕਿ 5 ਸਾਲ ਦੇ ਬੱਚਾ ਵਿੱਚ ਵੜਦਾ ਨਾ ਤੇ ਉਹਦੇ ਹੱਥ ਪਾਉਣ ਨੇ ਜਿਹੜੇ ਆਸਤੇ ਆਸਤੇ ਦੋਵੇਂ ਚੀਜ਼ਾਂ ਮੁੜਨੀਆਂ ਸ਼ੁਰੂ ਹੋ ਜਾਂਦੀਆਂ ਨੇ। ਕਿ ਲਿਹਾਜ਼ਾ ਕਿ ਮੈਂ ਤਾਂ ਅੱਗੇ ਹੀ ਉੱਜੜ ਗਿਆ ਸੀ, ਅੱਗੇ ਹੀ ਸਾਰਾ ਕੁਝ ਜੋ ਵੀ ਮੇਰੇ ਕੋਲ ਆਇਆ ਸੀ ਮੈਂ ਵੇਚ ਬਚਾ ਕੇ ਫਾਰਗ ਹੋ ਗਿਆ। ਹੁਣ ਨਾ ਮੇਰੇ ਕੋਲ ਹੋਣ, ਨਾ ਮੈਂ ਬੱਚੇ ਦਾ ਇਲਾਜ कराऊं। जी नाज़रीन, आपने फ़कीरिया और 10 साला फरियाद की दुख भरी कहानी सुनी।
इलाज के मुंतजर हैं, 2.5 लाख रुपया, सिर्फ 2.5 लाख रुपया रिक्वायर है इस बच्चे को, और ये भी आपके बेटे की तरह, आपके दोस्त की तरह, आपके भाई की तरह इसी ज़िंदगी की रंगीनियों में इसी तरीके से खुश होगा जिस तरीके से आप अपने इर्द गिर्द के लोगों को देखते हैं। आइए आगे बढ़िए, इनकी मदद कीजिए, और हुकूमत से मैं इनकी जानिब से अपील करना चाहूँगा कि इन बेचारों को अभी तक सेहत कार्ड भी नहीं मिला, और हुकूमती नुमाइंदगान जो हमें देख रहे हैं, इस वक्त सुन रहे हैं, बराए करम इनसे रब्ता कीजिए। इनका नंबर जो है वो आप अपनी स्क्रीन पर देख सकते हैं, और जिससे जो हो सकता है वो इनकी मदद करे, ताकि हम फ़कीरिया के बेटे बने, दोस्त बने, भाई बने, और अल्लाह ताला जो हमारी इस दुनिया में भी आसानियाँ करे और आखिरत में भी हमारी आसानियाँ करें। मुझे दीजिए इजाज़त, अगली स्टोरी के साथ आप लोगों के साथ एक मरतबा फिर मुलाकात होगी। अभी तक के लिए अल्लाह हाफिज़।